ਕੋਈ ਵਕਤ ਦਾ ਬਾਦਸ਼ਾਹ ਹੁੰਦਾ ਜੀ, ਉਹਦਾ ਇੱਕੋ ਇੱਕ ਬੇਟਾ ਹੁੰਦਾ ਹੈ। ਉਹਦੇ ਦਿਲ ਦੀ ਖੁਆਇਸ਼ ਹੁੰਦੀ ਕਿ ਮੈਂ ਇਹਨੂੰ ਨਾ ਆਲਮੇ ਦੀਨ ਬਣਾਵਾਂ। ਉਹ ਵਜ਼ੀਰ ਨੂੰ ਬੁਲਾਉਂਦਾ ਹੈ, ਉਹਨੂੰ ਕਹਿੰਦਾ ਕਿ ਤੂੰ ਨਾ ਪੂਰੀ ਦੁਨੀਆ ਫਿਰ ਤੇ ਕੋਈ ਐਸਾ ਆਲਮ ਲੱਭ ਕਿ ਜਿਹੜਾ ਮੇਰੇ ਪੁੱਤਰ ਨੂੰ ਆਲਮੇ ਦੀਨ ਬਣਾਵੇ, ਔਰ ਐਸਾ ਆਲਮੇ ਦੀਨ ਬਣਾਵੇ ਕਿ ਇਹਨੂੰ ਕੋਈ ਬੰਦਾ ਦੀਨ ਦੇ ਵਿੱਚ ਕੋਈ ਬੰਦਾ ਪਹੁੰਚ ਨਾ ਸਕੇ। ਵਜ਼ੀਰ ਨੂੰ ਨਾਲੇ ਵੀ ਕਹਿ ਦਿੰਦਾ ਹੈ ਕਿ ਅਗਰ ਮੇਰਾ ਬੇਟਾ ਆਲਮੇ ਦੀਨ ਨਾ ਬਣ ਸਕਿਆ ਤੇ ਮੈਂ ਤੇਰੀ ਗਰਦਨ ਲਵਾ ਦੇਣੀ ਹੈ। ਵਜ਼ੀਰ ਵਿਚਾਰਾ ਬੜਾ ਪਰੇਸ਼ਾਨ ਹੁੰਦਾ ਹੈ ਤੇ ਟੁਰ ਪੈਂਦਾ ਹੈ। ਜਦੋਂ ਬਾਦਸ਼ਾਹ ਦੀ ਗੱਲ ਸੁਣਦਾ ਹੈ ਤੇ ਟੁਰ ਪੈਂਦਾ ਹੈ। ਬੜੇ ਬੜੇ ਮੌਲਵੀਆਂ ਕੋ ਜਾਂਦਾ ਹੈ, ਆਲਮੇ ਦੀਨਾਂ ਕੋ ਜਾਂਦਾ ਹੈ ਕਿ ਮੇਰੇ ਨਾ ਬਾਦਸ਼ਾਹ ਦੇ ਬੇਟੇ ਨੂੰ ਆਲਮੇ ਦੀਨ ਬਣਾਓ। ਕੋਈ ਵੀ ਹਾਮੀ ਨਹੀਂ ਭਰਦਾ। ਉਹ ਕਹਿੰਦਾ ਕਿ ਜੀ ਇਹ ਦੀਨ ਜਿਹੜਾ ਇੱਕ ਸਮੁੰਦਰ ਹੈ, ਇਹਨੂੰ ਬੰਦਾ ਕੋਈ ਵੀ ਪਹੁੰਚ ਨਹੀਂ ਸਕਦਾ। ਇਸ ਦੌਰ ਦੇ ਵਿੱਚ ਜਿਹੜੇ ਪਹਿਲੇ ਬੰਦੇ ਗੁਜ਼ਰ ਗਏ ਨੇ ਉਹਨਾਂ ਦਾ ਕੁਝ ਕਹਿ ਨਹੀਂ ਸਕਦੇ, ਲੇਕਿਨ ਇਸ ਦੌਰ ਦੇ ਵਿੱਚ ਕੋਈ ਬੰਦਾ ਇਹਨੂੰ ਪਹੁੰਚ ਨਹੀਂ ਸਕਦਾ। ਯਾਨੀ ਬੰਦਾ ਕੋਈ ਵੀ ਇਹਨੂੰ ਮੁਕੰਮਲ ਹਾਸਲ ਨਹੀਂ ਕਰ ਸਕਦਾ। ਦੀਨ ਇੱਕ ਸਮੁੰਦਰ ਹੈ, ਇਹਦਾ ਕੋਈ ਕਿਨਾਰਾ ਨਹੀਂ ਹੈਗਾ। ਲੋ ਜੀ ਨਾ ਵਜ਼ੀਰ ਵਿਚਾਰਾ ਟੁਰ ਪੈਂਦਾ। ਫਿਰ ਇੱਕ ਚਰਵਾਹੇ ਕੋਲ ਆਉਂਦਾ, ਬੱਕਰੀਆਂ ਚਰਾ ਰਿਹਾ ਹੁੰਦਾ, ਉਹਦੇ ਕੋਲ ਆ ਜਾਂਦਾ ਹੈ ਤੇ ਆਣ ਕੇ ਬਹਿੰਦਾ। ਉਹਨੂੰ ਕਹਿੰਦਾ ਕਿ ਨਾ ਮੈਨੂੰ ਕੋਈ ਪਾਣੀ ਪੂਣੀ ਪਿਆ। ਉਹ ਜਰਾ ਭੱਜਦਾ ਵੇਖਦਾ ਜਦੋਂ ਕਿ ਇੱਕ ਵਜ਼ੀਰ ਆ ਰਿਹਾ ਹੈ। ਬੜੀ ਥਾਲਟੀ ਹੁੰਦੀ ਵਜ਼ੀਰ ਦੀ। ਉਹ ਭੱਜ ਕੇ ਪਾਣੀ ਪੂਣੀ ਪਿਆਉਂਦਾ ਹੈ। ਕਹਿੰਦਾ ਵਜ਼ੀਰ ਸਾਹਿਬ ਕੋ ਰੋਟੀ ਲਿਆਵਾਂ? ਕਹਿੰਦਾ ਨਹੀਂ, ਬੜੀ ਮਿਹਰਬਾਨੀ, ਤੂੰ ਪਾਣੀ ਪਿਆਤਾ ਹੈ। ਉਹ ਪੁੱਛਦਾ ਵਜ਼ੀਰ ਸਾਹਿਬ ਕੀ ਗੱਲ, ਤੁਹਾਨੂੰ ਪਰੇਸ਼ਾਨ ਕਿਉਂ ਹੈਗੇ ਹੋ? ਉਹਨੇ ਕਿਹਾ ਮੇਰੇ ਮਸਲੇ ਦਾ ਹੱਲ ਤੇਰੇ ਕੋਲ ਨਹੀਂ ਹੈਗਾ ਤੇ ਤੂੰ ਲਿਆਦਾ ਜਾ ਆਪਣੀਆਂ ਬੱਕਰੀਆਂ ਚਰਾ। ਉਹਨੇ ਕਿਹਾ ਨਹੀਂ ਵਜ਼ੀਰ ਸਾਹਿਬ ਦੱਸੋ ਤੇ ਸਹੀ ਮਸਲਾ ਕੀ ਹੈ। ਉਹਨੇ ਕਿਹਾ ਵੀ ਨਾ ਬਾਦਸ਼ਾਹ ਨੇ ਇਹ ਗੱਲ ਕੀਤੀ ਹੈ, ਸਵਾਲ ਕੀਤਾ ਹੈ ਕਿ ਮੇਰੇ ਬੇਟੇ ਨੂੰ ਆਲਮੇ ਦੀਨ ਬਣਾ, ਅਗਰ ਨਾ ਬਣ ਸਕਿਆ ਤੇ ਮੈਂ ਤੇਰੀ ਗਰਦਨ ਲਾ ਦੇਣੀ ਹੈ। ਲੋ ਜੀ ਨਾ ਚਰਵਾਹਾ ਕਹਿੰਦਾ ਕਿ ਵਜ਼ੀਰ ਸਾਹਿਬ ਤੁਸੀਂ ਨਾ ਬਾਦਸ਼ਾਹ ਦੇ ਬੇਟੇ ਨੂੰ ਮੇਰੇ ਕੋਲ ਲੈ ਆਵੋ, ਮੈਂ ਬਣਾਵਾਂਗਾ ਆਲਮੇ ਦੀਨ। ਉਹਨੇ ਕਿਹਾ ਜਾ ਯਾਰ ਕਿਉਂ ਕਮਲੀਆਂ ਮਾਰਨ ਡਿਆ, ਕਿਉਂ ਮੇਰਾ ਮਜ਼ਾਕ ਕਰਦਾ ਪਿਆ? ਉਹਨੇ ਕਿਹਾ ਨਹੀਂ ਵਜ਼ੀਰ ਸਾਹਿਬ ਟੈਨਸ਼ਨ ਨਾ ਲਓ, ਤੁਸੀਂ ਮੈਨੂੰ ਲਿਆ ਕੇ ਦਿਓ ਬਾਦਸ਼ਾਹ ਦਾ ਬੇਟਾ ਤੇ ਠੀਕ 2 ਸਾਲਾਂ ਬਾਅਦ ਆਪਣਾ ਜਿਹੜਾ ਬਾਦਸ਼ਾਹ ਦਾ ਬੇਟਾ ਨਾ ਉਹ ਲੈ ਜਾਇਆ ਜੇ ਤੇ ਉਹ ਆਲਮੇ ਦੀਨ ਬਣਿਆ ਹੋਵੇਗਾ। ਲੋ ਜੀ ਨਾ ਉਹ ਬਾਦਸ਼ਾਹ ਦੇ ਬੇਟੇ ਨੂੰ ਸ਼ਹਿਜ਼ਾਦੇ ਨੂੰ ਨਾ ਲੈ ਆਉਂਦਾ ਤੇ ਲਿਆ ਕੇ ਨਾ ਉਹ ਬੱਕਰੀਆਂ ਨੂੰ ਦੇ ਦਿੰਦਾ ਤੇ ਵਜ਼ੀਰ ਚਲਾ ਜਾਂਦਾ। ਜਿਹੜਾ ਚਰਵਾਹਾ ਹੁੰਦਾ ਨਾ ਉਹ ਸੋਟੀ ਫੜਦਾ ਹੈ, ਉਹਨੂੰ ਦੇ ਦਿੰਦਾ ਹੈ। ਕਹਿੰਦਾ ਲੈ ਜਵਾਨਾ ਆ ਸੋਟੀ ਪਕੜ ਲੈ ਤੇ ਇੱਕੋ ਹੀ ਸਬਕ ਪੜ੍ਹ, ਮੈਂ ਨਹੀਂ ਮੰਨਦਾ। ਉਹ ਸਬਕ ਦੇ ਦਿੰਦਾ ਜੀ। ਉਹ ਵਿਚਾਰਾ ਸਾਰੀ ਦਿਹਾੜੀ ਬੱਕਰੀਆਂ ਚਰਾਉਂਦਾ ਰਹਿੰਦਾ ਹੈ। ਇਹ ਜਨਾਬ ਹੋਈ ਕਦੇ ਮੰਜੀ ਤੇ ਸੌਂ, ਕਦੀ ਥੱਲੇ ਸੌਂ, ਕਦੀ ਛਾਵੇਂ ਜਾ, ਕਦੀ ਉੱਧਰ ਹੋਟਲਾਂ ਦੇ ਬਹਿ, ਕਦੀ ਕਿਤੇ ਬਹਿ। ਉਹ ਸਾਰੀ ਦਿਹਾੜੀ ਸ਼ਹਿਜ਼ਾਦਾ ਜਿਹੜਾ ਬਾਦਸ਼ਾਹ ਦਾ ਬੇਟਾ ਹੁੰਦਾ ਹੈ ਬੱਕਰੀਆਂ ਚਰਾਉਂਦਾ ਹੈ, ਨਾਲ ਇੱਕੋ ਹੀ ਲਫ਼ਜ਼ ਪੜ੍ਹਦਾ ਹੈ, ਮੈਂ ਨਹੀਂ ਮੰਨਦਾ, ਮੈਂ ਨਹੀਂ ਮੰਨਦਾ। ਹੋਰ ਉਹਨੂੰ ਲਫ਼ਜ਼ ਹੀ ਨਹੀਂ ਦਿੱਤਾ। ਲੋ ਜੀ 2 ਸਾਲ ਗੁਜ਼ਰ ਗਿਆ, ਇੱਕੋ ਹੀ ਲਫ਼ਜ਼ ਉਹਨੂੰ ਯਾਦ ਕਰਵਾਇਆ ਕਿ ਮੈਂ ਨਹੀਂ ਮੰਨਦਾ। ਉਹਨੇ ਨਾ 2 ਸਾਲਾਂ ਬਾਅਦ ਪੈਗਾਮ ਭੇਜਿਆ ਵਜ਼ੀਰ ਨੂੰ ਕਿ ਵਜ਼ੀਰ ਸਾਹਿਬ ਬਾਦਸ਼ਾਹ ਦਾ ਬੇਟਾ ਜਿਹੜਾ ਸ਼ਹਿਜ਼ਾਦਾ ਹੈ ਨਾ ਉਹ ਆਲਮੇ ਦੀਨ ਬਣ ਗਿਆ ਤੇ ਲੈ ਜਾਓ ਉਹਨੂੰ। ਲੋ ਜੀ ਨਾ ਬਾਦਸ਼ਾਹ ਤੱਕ ਗੱਲ ਪਹੁੰਚਦੀ ਹੈ ਤੇ ਬਾਦਸ਼ਾਹ ਨਾ ਬੜੇ ਵੱਡੇ ਆਲਮੇ ਦੀਨ ਬੁਲਾ ਲੈਂਦਾ ਹੈ। ਕਹਿੰਦਾ ਕਿ ਮੁਕਾਬਲਾ ਕਰੋ ਅੱਜ ਮੇਰੇ ਬੇਟੇ ਨਾਲ, ਮੇਰਾ ਬੇਟਾ ਆਲਮੇ ਦੀਨ ਬਣ ਗਿਆ ਹੈ ਤੇ ਉਹਦਾ ਮੁਕਾਬਲਾ ਕਰਨਾ ਹੈ। ਇਸ ਵਾਸਤੇ ਬਹੁਤ ਪੂਰੀ ਦੁਨੀਆ ਦੇ ਵਿੱਚੋਂ ਆਲਮੇ ਦੀਨ ਆ ਜਾਂਦੇ ਨੇ ਜੀ, ਮੌਲਵੀ ਆ ਜਾਂਦੇ ਨੇ। ਤੇ ਉਧਰੋਂ ਨਾ ਜਿਹੜਾ ਚਰਵਾਹਾ ਹੁੰਦਾ ਉਹ ਵੀ ਆ ਜਾਂਦਾ ਤੇ ਸ਼ਹਿਜ਼ਾਦਾ ਵੀ ਆ ਜਾਂਦਾ ਨਾਲ ਵਜ਼ੀਰ ਲੈ ਕੇ। ਉਹ ਉਹਨੂੰ ਕਹਿੰਦਾ ਵੀ ਸਵਾਲ ਕਰੋ ਮੇਰੇ ਬੇਟੇ ਨੂੰ ਤੇ ਮੇਰਾ ਬੇਟਾ ਜਵਾਬ ਦੇਗਾ। ਹੁਣ ਉਹ ਮੌਲਵੀ ਜਿਹੜਾ ਵੀ ਸਵਾਲ ਕਰਨ, ਕੋਈ ਵੀ ਸਵਾਲ ਕਰਨ ਦੀਨ ਦੇ ਮੁਤਲਕ, ਉਹ ਕੋਈ ਇੱਕੋ ਜਵਾਬ ਦੇਵੇ ਮੈਂ ਨਹੀਂ ਮੰਨਦਾ। ਜਿਹੜਾ ਵੀ ਸਵਾਲ ਕਰਨਾ ਕੋਈ ਇੱਕੋ ਜਵਾਬ ਦੇਵੇ ਮੈਂ ਨਹੀਂ ਮੰਨਦਾ। ਉਹ ਵਿਚਾਰੇ ਬੜੇ ਪਰੇਸ਼ਾਨ ਹੋਏਗੇ ਵੀ ਇਹ ਏਡਾ ਵੱਡਾ ਆਲਮੇ ਦੀਨ ਬਣ ਗਿਆ ਜਾਂ ਇੰਨਾ ਮਤਲਬ ਹੋ ਗਿਆ ਕਿ ਅਸੀਂ ਜਿਹੜਾ ਵੀ ਸਵਾਲ ਕਰਨੇ ਆ ਉਹਦਾ ਇੱਕੋ ਹੀ ਜਵਾਬ ਆਉਂਦਾ ਕਿ ਮੈਂ ਨਹੀਂ ਮੰਨਦਾ। ਉਹ ਬਾਦਸ਼ਾਹ ਤੋਂ ਵੀ ਡਰਦੇ ਸੀ ਕਿ ਅੱਗੋਂ ਬਹਿਸ ਕਰਦੇ ਜਾਂ ਕੋਈ ਗੱਲ ਕਰਦੇ ਤੇ ਇਹ ਨਾ ਹੋਵੇ ਬਾਦਸ਼ਾਹ ਸਾਡੀ ਧੌਣ ਲਵਾ ਦੇਵੇ। ਲੋ ਜੀ ਨਾ ਉਹ ਬਾਦਸ਼ਾਹ ਨੂੰ ਨਾ ਗਰੂਰ ਆ ਜਾਂਦਾ, ਤਕੱਬਰ ਆ ਜਾਂਦਾ ਬਾਦਸ਼ਾਹ ਦੇ ਵਿੱਚ ਕਿ ਮੇਰਾ ਬੇਟਾ ਇੰਨਾ ਵੱਡਾ ਆਲਮੇ ਦੀਨ ਬਣ ਗਿਆ ਤੇ ਬਾਦਸ਼ਾਹ ਐਲਾਨ ਕਰਵਾ ਦਿੰਦਾ ਕਿ ਜਿਹੜਾ ਬੰਦਾ ਮੇਰੇ ਬੇਟੇ ਨੂੰ ਹਰਾ ਦੇਵੇ ਨਾ ਆਲਮੇ ਦੀਨ ਦੇ ਵਿੱਚ ਯਾਨੀ ਸਵਾਲਾਂ ਦੇ ਵਿੱਚ ਤੇ ਉਹਨੂੰ ਮੈਂ ਨਾ ਅੱਧੀ ਬਾਦਸ਼ਾਹੀ ਤੇ ਆਪਣੀ ਬੇਟੀ ਦਾ ਰਿਸ਼ਤਾ ਦੇ ਦਿਆਂਗਾ। ਹੁਣ ਜਿਹੜਾ ਉਹਦਾ ਉਸਤਾਦ ਹੁੰਦਾ ਉਹ ਕੋਲ ਖੜਾ ਹੁੰਦਾ, ਜਿਹੜਾ ਚਰਵਾਹਾ ਹੁੰਦਾ ਬੱਕਰੀਆਂ ਚਰਾਉਂਦਾ ਹੈ, ਉਹ ਕਹਿੰਦਾ ਕਿ ਦੱਸ ਆ ਤੇਰਾ ਪਿਓ ਹੈ? ਉਹ ਕਹਿੰਦਾ ਮੈਂ ਨਹੀਂ ਮੰਨਦਾ। ਜਦੋਂ ਉਹ ਕਹਿੰਦਾ ਨਾ ਕਿ ਆ ਤੇਰਾ ਪਿਓ ਹੈ, ਉਹ ਕਹਿੰਦਾ ਮੈਂ ਨਹੀਂ ਮੰਨਦਾ। ਲਓ ਜੀ ਉਹ ਬਾਦਸ਼ਾਹ ਨੂੰ ਪਿਓ ਤੋਂ ਇਨਕਾਰ ਕਰ ਦਿੰਦਾ। ਉਹ ਅੱਧੀ ਬਾਦਸ਼ਾਹੀ ਲੈ ਲੈਂਦਾ, ਨਾਲ ਬਾਦਸ਼ਾਹ ਦੀ ਬੇਟੀ ਲੈ ਲੈਂਦਾ ਰਿਸ਼ਤੇ ਵਿੱਚ ਤੇ ਉਹ ਉਸਤਾਦ ਹੁਣੀ ਮੋਜਾਂ ਮਾਰ ਰਹੇ ਹੁੰਦੇ ਨੇ ਤੇ ਜਿਹੜਾ ਪਿਓ ਹੁੰਦਾ ਸ਼ਹਿਜ਼ਾਦੇ ਨੂੰ ਕੁੱਟ ਰਿਹਾ ਹੁੰਦਾ। ਲਓ ਜੀ ਇਹ ਜਿੱਦਾਂ ਮੇਰਾ ਟੌਪਿਕ ਸੀ। ਅਕਸਰ ਬੰਦੇ ਕਹਿੰਦੇ ਨੇ ਕਿ ਯਾਰ ਕੋਈ ਵੀ ਬੰਦਾ ਗੱਲ ਸੁਣਾਉਂਦਾ ਨਾ ਤੇ ਉਹਨੂੰ ਕੋਈ ਜਵਾਬ ਦਿੰਦੇ ਨੇ ਕਿ ਯਾਰ ਮੈਂ ਨਹੀਂ ਮੰਨਦਾ, ਮੈਂ ਨਹੀਂ ਮੰਨਦਾ। ਇਹ ਨਹੀਂ ਵੇਖਦੇ ਕਿ ਯਾਰ ਗੱਲ ਕਿਸ ਮਕਸਦ ਵਾਸਤੇ ਕੀਤੀ ਗਈ, ਗੱਲ ਦਾ ਕੀ ਮਕਸਦ ਹੈ। ਤੇ ਲਿਆਦਾ ਮੇਰੀ ਵੀਡੀਓ ਪੂਰੀ ਵਾਚ ਕਰਿਆ ਕਰੋ, ਫਿਰ ਹੀ ਗੱਲ ਦਾ ਮਕਸਦ ਦਾ ਪਤਾ ਲੱਗਦਾ ਕਿ ਗੱਲ ਕਿਸ ਮਕਸਦ ਵਾਸਤੇ ਕੀਤੀ ਗਈ ਹੈ। ਬਾਕੀ ਇਹ ਹੈ ਕਿ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਮੈਂਟ ਸ਼ੇਅਰ ਲਾਜ਼ਮੀ ਕਰਿਆ ਜੇ। ਲਵ ਯੂ ਹੋ ਗਿਆ।